विडंबना। ब्रह्मा
इस प्रार्थना सभा के अंदर आप सभी भैया बहनों का हार्दिक अभिनंदन और स्वागत। हम सब जानते हैं कि 17 दिसंबर से लेकर लगभग 28 दिसंबर तक यह शहीदी दिहाड़ा हम सब मनाते हैं अपने विद्या मंदिरों के अंदर। आज अपने इस कार्यक्रम के अंदर मैं प्रार्थना करूंगा अपनी दीदी से, सोमनप्रीत से, कृपया आए और अपने जो है सीधे न्यूज अपने विचार की। सुमन दीदी। रिस्पेक्टेड प्रिंसिपल सर, सारा स्टाफ ते प्यारे बच्चों, ਅੱਜ ਆਪਾਂ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੈਂ ਤੁਹਾਡੇ ਨਾਲ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਦੇਣਾ ਸਾਨੂੰ ਜਿਨ੍ਹਾਂ ਕਰਕੇ ਅੱਜ ਅਸੀਂ ਇਸ ਦੇਸ਼ ਦੇ ਵਾਸੀ ਹਾਂ, ਆਜ਼ਾਦੀ ਨਾਲ ਬੈਠੇ ਹਾਂ। ਉੱਦਾਂ ਅਸੀਂ ਸਾਰਾ ਦਿਨ ਕੁਛ ਨਾ ਕੁਛ ਸੁਣਦੇ ਹਾਂ, ਗੀਤ ਸੁਣਦੇ ਹਾਂ, ਮਨੋਰੰਜਨ ਕਰਦੇ ਹਾਂ, ਪਰ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਹਾਂ ਉਹਨਾਂ ਬਾਰੇ ਮੈਂ ਤੁਹਾਨੂੰ ਡਿਟੇਲ 'ਚ ਦੱਸਣਾ ਚਾਹਾਂਗੀ। ਤਿਲਕ ਜੰਜੂ ਰਾਖਾ ਪ੍ਰਗਟਾਂਗਾ ਕੀਨੋ ਬੜੋ ਕਲੂ ਮੈਂ ਸਾਖਾ ਧਰਮ ਹੇਕ ਸਾਖਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਗੁਰੂ ਸਾਹਿਬ ਦੇ ਇਹ ਬਚਨ ਜਿਨ੍ਹਾਂ ਤੇ ਪੂਰੇ ਉਤਰੇ ਆ, ਜੋ ਉਹਨਾਂ ਨੇ ਬਾਣੀ ਵਿੱਚ ਲਿਖਿਆ ਉਸ ਨੂੰ ਨਿਭਾਇਆ ਵੀ ਹੈ। ਉਹਨਾਂ ਦੇ ਜੀਵਨ ਦੀ ਆਪਾਂ ਗੱਲ ਸ਼ੁਰੂ ਕਰਦੇ ਹਾਂ। ਪਹਿਲਾ ਜਨਮ ਬਾਰੇ ਚਾਨਣਾ ਪਾਉਂਦੇ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਪਿਤਾ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਤੇ ਮਾਤਾ ਜੀ ਦਾ ਨਾਮ ਨਾਨਕੀ ਸੀ। ਜਨਮ ਸਮੇਂ ਆਪ ਬੜੇ ਸ਼ਾਂਤ ਸੁਭਾਅ ਦੇ ਸੀ ਤੇ ਆਪ ਜੀ ਦਾ ਬਚਪਨ ਦਾ ਨਾਮ ਤਿਆਗਮੱਲ ਸੀ। ਆਪ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਸ਼ਾਸਤਰ ਵਿਦਿਆ ਹਾਸਲ ਕੀਤੀ। 1632 ਈਸਵੀ ਨੂੰ ਆਪ ਦਾ ਵਿਆਹ ਮਾਤਾ ਗੁਜਰ ਕੌਰ ਜੀ ਨਾਲ ਹੋਇਆ। ਉਸ ਸਮੇਂ ਕਰਤਾਰਪੁਰ ਵਿਖੇ ਆਪ ਨਿਵਾਸ ਕਰ ਰਹੇ ਸੀ। ਮੁਗਲ ਫੌਜਾਂ ਦੇ ਸੈਨਾਪਤੀ ਪੈਂਦੇ ਖਾਂ ਅਤੇ ਕਾਲੇ ਖਾਂ ਦੀ ਅਗਵਾਈ ਵਿੱਚ ਉਹਨਾਂ ਨੇ ਗੁਰੂ ਸਾਹਿਬ ਨੂੰ ਯੁੱਧ ਲਈ ਲਲਕਾਰਿਆ। ਉਸ ਸਮੇਂ ਗੁਰੂ ਸਾਹਿਬ ਦੀ ਉਮਰ ਸਿਰਫ 13 ਸਾਲ ਦੀ ਸੀ। 13 ਸਾਲ ਜਿੱਥੇ ਅਸੀਂ ਬਚਪਨ 'ਚ ਹੁੰਦੇ ਹਾਂ। ਤਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਨਾਲ ਲੈ ਕੇ ਯੁੱਧ ਕਰਨ ਲਈ ਗਏ। ਤਲਵਾਰ ਦੇ ਐਸੇ ਜੌਹਰ ਦਿਖਾਏ ਕਿ ਦੋਨੋਂ ਸੈਨਾਪਤੀ ਗੁਰੂ ਸਾਹਿਬ ਨੇ ਮਾਰ ਦਿੱਤੇ ਤੇ ਮੁਗਲ ਫੌਜਾਂ ਪਿੱਛੇ ਪੈਰੀ ਮੁੜ ਗਈਆਂ। ਜਦੋਂ ਆਪ ਕਰਤਾਰਪੁਰ ਨੂੰ ਵਾਪਸ ਆ ਰਹੇ ਸੀ ਤਾਂ ਫੌਜਾਂ ਨੇ ਧੋਖੇ ਨਾਲ ਫਿਰ ਆਪ 'ਤੇ ਹਮਲਾ ਕਰ ਦਿੱਤਾ ਤੇ ਆਪ ਨੇ ਬੜੀ ਨਿਡਰਤਾ ਨਾਲ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਫਿਰ ਹਾਰ ਦਾ ਮੂੰਹ ਦੇਖਣਾ ਪਿਆ। ਆਪ ਦੀ ਇਸ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਦੇ ਪਿਤਾ ਨੇ ਗੁਰੂ ਹਰਗੋਬਿੰਦ ਜੀ ਨੇ ਆਪ ਜੀ ਦਾ ਨਾਮ ਤਿਆਗਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ। ਗੁਰਗੱਦੀ 1661 ਈਸਵੀ ਨੂੰ ਆਪ ਜੀ ਦੇ ਪਿਤਾ ਗੁਰੂ ਹਰਗੋਬਿੰਦ ਜੀ ਨੇ ਆਪ ਜੀ ਦੇ ਆਪਣੇ ਪੋਤਰੇ ਕਿਸੇ ਹੋਰ, ਕਿਉਂਕਿ ਗੁਰੂ ਸਾਹਿਬ ਦੇ 3 ਬੱਚੇ ਸੀਗੇ 6ਵੇਂ ਪਾਤਸ਼ਾਹ ਦੇ, ਤਾਂ ਭਾਈ ਗੁਰਦਿੱਤਾ ਜੀ ਦਾ ਬੇਟਾ ਸੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ, ਜਿਨ੍ਹਾਂ ਨੂੰ ਅਸੀਂ ਬਾਲਾ ਪ੍ਰੀਤਮ ਵੀ ਕਹਿੰਦੇ ਹਾਂ। ਉਹਨਾਂ ਨੂੰ ਗੁਰਗੱਦੀ ਦੇਤੀ ਤੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਤੁਸੀਂ ਬਕਾਲੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤੋ। ਗੁਰੂ ਸਾਹਿਬ ਦੇ ਬਕਾਲੇ ਨਾਨਕੇ ਸੀ ਤੇ ਉਹਨਾਂ ਨੇ ਆਪਣੀ ਪਤਨੀ ਮਾਤਾ ਗੁਜਰ ਕੌਰ ਤੇ ਮਾਤਾ ਨਾਨਕੀ ਜੀ ਨਾਲ ਲੈ ਕੇ ਬਕਾਲੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਜਾ ਕੇ ਭਗਤੀ ਕਰਨ ਲੱਗੇ। 1664 ਈਸਵੀ ਵਿੱਚ ਜਦੋਂ ਆਪ ਜੀ ਗੁਰਗੱਦੀ ਹਰਕ੍ਰਿਸ਼ਨ ਜੀ ਨੂੰ ਦਿੱਤੀ ਗਈ ਤਾਂ ਆਪ ਨੇ ਕਿਸੇ ਗੱਲ ਦਾ ਵੈਰ ਵਿਰੋਧ ਨਹੀਂ ਕੀਤਾ ਕਿ ਮੇਰਾ ਹੱਕ ਬਣਦਾ ਸੀ। ਉਹਨਾਂ ਨੇ ਗੁਰੂ ਜੀ ਦਾ ਹੁਕਮ ਮੰਨਿਆ ਤੇ ਭਗਤੀ ਸਟਾਰਟ ਕੀਤੀ। ਉਸ ਤੋਂ ਬਾਅਦ ਜਦੋਂ 8ਵੇਂ ਪਾਤਸ਼ਾਹ ਆਪਣਾ ਜੋਤੀ ਜੋਤ ਸਮਾਉਂਦੇ ਨੇ ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਇਹੀ ਵਚਨ ਨਿਕਲਿਆ ਕਿ ਬਾਬਾ ਬਕਾਲੇ। ਉਹਨਾਂ ਨੇ ਨਾਮ ਲੈ ਕੇ ਨਹੀਂ ਦੱਸਿਆ ਕਿ ਅਸੀਂ ਗੁਰਗੱਦੀ ਕਿਹਨੂੰ ਦੇ ਚੱਲੇ ਹਾਂ। ਤਾਂ ਜਦੋਂ ਇਹ ਗੱਲ ਸੋਢੀ ਵੰਸ਼ ਵਿੱਚ ਸਾਰਿਆਂ ਨੂੰ ਪਤਾ ਲੱਗਦੀ ਆ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਗੱਦੀਆਂ ਲਾ ਲਈਆਂ। ਸਿੱਖਾਂ ਨੂੰ ਸਮਝ ਨਹੀਂ ਸੀ ਪੈ ਰਹੀ ਕਿ ਸੱਚਾ ਗੁਰੂ ਕਿਹੜਾ ਹੈ। ਤਾਂ ਗੱਦੀਕਾਰਾਂ ਦੇ ਵਿੱਚੋਂ ਬਾਬਾ ਗੁਰਦਿੱਤ ਦਾ ਇੱਕ ਵੱਡਾ ਪੁੱਤਰ ਧੀਰਮੱਲ ਵੀ ਸੀ। ਫਿਰ ਇੱਕ ਘਟਨਾ ਵਾਪਰਦੀ ਹੈ। ਕੁਝ ਟਾਈਮ ਪਹਿਲਾਂ ਮੱਖਣ ਸਾਹਿਬ ਬਾਣਾ, ਜਿਹੜਾ ਇੱਕ ਹੀਰਿਆਂ ਦਾ ਤੇ ਸੋਨੇ ਦਾ ਬਹੁਤ ਵੱਡਾ ਵਪਾਰੀ ਸੀ, ਸਮੁੰਦਰ ਰਾਹੀਂ ਆਪਣਾ ਖਜ਼ਾਨਾ ਲਿਆ ਰਿਹਾ ਸੀ। ਤਾਂ ਰਸਤੇ ਦੇ ਵਿੱਚ ਬਹੁਤ ਭੈੜਾ ਤੂਫਾਨ ਆਉਂਦਾ ਹੈ। ਉਹਨੂੰ ਲੱਗਦਾ ਕਿ ਮੇਰਾ ਖਜ਼ਾਨਾ ਵੀ ਡੁੱਬੇਗਾ ਤੇ ਮੈਂ ਵੀ ਨਹੀਂ ਬਚ ਸਕਾਂਗਾ। ਤਾਂ ਉਸ ਸਮੇਂ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਮੇਰੀ ਮਦਦ ਕਰੋ ਤੇ ਮੈਂ ਬਣਦਾ ਦਸਵੰਧ ਆਪਦੇ ਚਰਨਾਂ ਵਿੱਚ ਭੇਟਾ ਕਰਾਂਗਾ। ਤਾਂ ਜਦੋਂ ਉਹ ਤੂਫਾਨ ਤੋਂ ਬਚ ਕੇ ਸਹੀ ਸਲਾਮਤ ਆਪਣੇ ਟਿਕਾਣੇ ਤੇ ਪਹੁੰਚਦਾ ਗਾ ਤਾਂ ਉਹ ਦਸਵੰਧ ਦੀ ਭੇਟਾ ਚੜਾਉਣ ਦੇ ਲਈ ਬਾਬਾ ਬਕਾਲੇ ਪਹੁੰਚਦਾ। ਪਰ ਜਦੋਂ ਉੱਥੇ ਜਾ ਕੇ ਦੇਖਦਾ ਕਿ ਇੱਥੇ ਤਾਂ ਬਹੁਤ ਸਾਰੀਆਂ ਗੱਦੀਆਂ ਲੱਗੀਆਂ ਹੋਈਆਂ ਨੇ, ਉਹਨੂੰ ਸਮਝ ਨਹੀਂ ਸੀ ਪੈ ਰਹੀ ਕਿ ਸਹੀ ਗੁਰੂ ਕੌਣ ਹੈ। ਤਾਂ ਉਸਨੇ ਫਿਰ ਉਸ ਟਾਈਮ ਦੀ ਅਰਦਾਸ ਤੋਂ ਕੰਮ ਲੈਤਾ।
ਉਸਨੇ ਅਰਦਾਸ ਕੀਤੀ ਕਿ ਜਿਸ ਟਾਈਮ ਮੈਨੂੰ ਮਦਦ ਦੀ ਲੋੜ ਸੀ ਉਸ ਟਾਈਮ ਵੀ ਪਾਤਸ਼ਾਹ ਤੁਸੀਂ ਮੇਰੀ ਮਦਦ ਕੀਤੀ ਸੀ, ਤੇ ਹੁਣ ਮੈਨੂੰ ਸਮਝ ਨਹੀਂ ਪੈ ਰਿਹਾ ਕਿ ਸਹੀ ਗੁਰੂ ਕੌਣ ਹੈ। ਤਾਂ ਇਸ ਵਕਤ ਵੀ ਤੁਸੀਂ ਮੈਨੂੰ ਮਦਦ ਕਰੋ, ਮੈਨੂੰ ਬੁੱਧੀ ਬਖਸ਼ੋ ਤੇ ਮੈਨੂੰ ਸਹੀ ਗੁਰੂ ਦੀ ਪਹਿਚਾਣ ਕਰਾਓ। ਤਾਂ ਉਹਨਾਂ ਨੇ ਇੱਕ ਮਨ ਦੇ ਵਿੱਚ ਅਰਦਾਸ ਕੀਤੀ ਕਿ ਆਪਣੀ ਭੇਟਾ ਤੁਸੀਂ ਆਪ ਮੰਗ ਕੇ ਲੈ ਲਓ। ਤਾਂ ਉਹਨੇ ਜਿੰਨੀਆਂ ਵੀ ਗੱਦੀਆਂ ਲੱਗੀਆਂ ਸੀ, 22 ਗੱਦੀਆਂ ਲੱਗੀਆਂ ਹੋਈਆਂ ਸੀ, ਤਾਂ ਹਰ ਗੁਰੂ ਅੱਗੇ ਉਹਨੇ 2-2 ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕੀਤਾ। ਪਰ ਕਿਸੇ ਨੇ ਵੀ ਉਹਨਾਂ ਤੋਂ ਇਹ ਨਹੀਂ ਕਿਹਾ ਕਿ ਇਹ ਤੇਰਾ ਪੂਰਾ ਦਸਵੰਧ ਨਹੀਂ ਹੈ। ਜਦੋਂ 22 ਦੀਆਂ 22 ਗੱਦੀਆਂ ਅੱਗੇ ਉਹਨਾਂ ਨੇ 2-2 ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਉਹ ਬੜਾ ਹੈਰਾਨ ਹੁੰਦਾ ਹੈ ਕਿ ਇਹਨਾਂ ਵਿੱਚ ਕੋਈ ਵੀ ਸੱਚਾ ਗੁਰੂ ਨਹੀਂ ਹੈ। ਤਾਂ ਫਿਰ ਬਗਾੜੇ ਦੇ ਲੋਕਾਂ ਤੋਂ ਪੁੱਛਦਾ ਹੈ ਕਿ ਇੱਥੇ ਕੋਈ ਸੋਢੀ ਵੰਸ਼ ਦਾ ਹੋਰ ਵੀ ਹੈ। ਤਾਂ ਉੱਥੋਂ ਦੇ ਲੋਕ ਦੱਸਦੇ ਆ ਕਿ ਇੱਥੇ ਇੱਕ ਗੁਰੂ ਤੇਗ ਬਹਾਦਰ ਜੀ ਨੇ, ਉਹ ਭੋਰੇ ਵਿੱਚ ਹੀ ਰਹਿੰਦੇ ਆ। ਤਾਂ ਫਿਰ ਉਹ ਉੱਥੇ ਪਹੁੰਚਦਾ, ਉੱਥੇ ਜਾ ਕੇ ਜਦੋਂ ਉਹ 2 ਮੋਹਰਾਂ ਰੱਖ ਕੇ ਮੱਥਾ ਟੇਕਦਾ ਤਾਂ ਗੁਰੂ ਸਾਹਿਬ ਕਹਿੰਦੇ ਨੇ ਭਾਈ ਆਪਣਾ ਦਸਵੰਧ ਪੂਰਾ ਕਰ। ਤਾਂ ਉਹ ਜਿੰਨੀਆਂ ਮੋਹਰਾਂ ਉਹਨੇ ਦੂਸਰੇ ਗੱਦੀਆਂ ਅੱਗੇ ਰੱਖੀਆਂ ਸੀ ਸਾਰੀਆਂ ਇਕੱਠੀਆਂ ਕੀਤੀਆਂ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਾਰਾ ਦਸਵੰਧ ਰੱਖ ਕੇ ਆਪ ਕੋਠੇ ਤੇ ਚੜ੍ਹ ਗਿਆ ਤੇ ਉੱਚੀ ਉੱਚੀ ਬੋਲਣ ਲੱਗ ਗਿਆ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਇਹਦਾ ਮਤਲਬ ਹੈ ਕਿ ਗੁਰੂ ਲੱਭ ਗਿਆ। ਤਾਂ ਸਾਰੀ ਸਿੱਖ ਸੰਗਤ ਹੈ ਜਿਹੜੀ ਉਹ ਇਕੱਠੀ ਹੁੰਦੀ ਹੈ ਤੇ ਉਹ ਮੱਖਣ ਸ਼ਾਹ ਲੁਬਾਣਾ ਜਿਹੜੀ ਉਹਦੇ ਨਾਲ ਹੱਡ ਬੀਤੀ ਸੀ ਉਹਨੇ ਸਾਰੀ ਗੱਲ ਸੰਗਤ ਨੂੰ ਸੁਣਾਈ। ਹੁਣ ਜਿਹੜੇ ਝੂਠੇ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀਆਂ ਦੁਕਾਨਾਂ ਹੋਰ ਨਹੀਂ ਚੱਲਣੀਆਂ, ਸਾਡਾ ਝੂਠਾ ਜਿਹੜਾ ਉਹ ਜਗ ਜ਼ਾਹਰ ਹੋ ਚੁੱਕਿਆ ਹੈ। ਇਸੇ ਕਰਕੇ ਗੁਰੂ ਜੀ ਸਾਨੂੰ ਪ੍ਰਭੂ ਅੱਗੇ ਅਰਦਾਸ ਕਰਨ ਦਾ ਹਮੇਸ਼ਾ ਸੰਦੇਸ਼ ਦਿੰਦੇ ਆ, ਕਿਉਂਕਿ ਇਸ ਨਾਲ ਵਿਵੇਕ ਬੁੱਧੀ ਦੀ, ਸੱਚ ਝੂਠ ਦੀ ਪਹਿਚਾਣ ਹੁੰਦੀ ਹੈ, ਹੱਕਾਂ ਨਹੀਂ ਲੜਨ ਦੀ ਜ਼ਰੂਰਤ ਪੈਦਾ ਹੁੰਦੀ ਹੈ। ਤਾਂ ਸੱਚੇ ਗੁਰੂ ਦੀ ਪਹਿਚਾਣ ਕਰਨ ਲਈ ਸਾਨੂੰ ਗੁਰੂ ਸ਼ਬਦ ਦਾ ਲੜ ਕਦੇ ਵੀ ਨਹੀਂ ਛੱਡਣਾ ਚਾਹੀਦਾ। ਗੁਰਗੱਦੀ ਸੰਭਾਲਣ ਤੋਂ ਬਾਅਦ ਆਪ ਜੀ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਹੋਰ ਵੀ ਸਾਹਮਣਾ ਕਰਨਾ ਪਿਆ। ਗੁਰੂ ਸਾਹਿਬ ਉੱਤੇ ਗੋਲੀ ਚਲਾਈ ਗਈ ਵਿਰੋਧੀਆਂ ਵੱਲੋਂ। ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਗਈ ਸੀ, ਜਿਹਦੇ ਵਿੱਚ ਸਾਰੇ ਗੁਰੂਆਂ ਦੀ ਬਾਣੀ ਇਕੱਤਰ ਸੀ। ਉਹ ਗ੍ਰੰਥ ਚੋਰੀ ਹੋ ਗਿਆ ਤਾਂ ਬੜੀ ਵੱਡੀ ਚੁਣੌਤੀ ਸੀ ਗੁਰੂ ਸਾਹਿਬ ਅੱਗੇ। ਪਰ ਗੁਰੂ ਸਾਹਿਬ ਨੇ ਹਰ ਚੁਣੌਤੀ ਨੂੰ ਸ਼ਾਂਤਮਈ ਢੰਗ ਦੇ ਨਾਲ, ਨਿਡਰਤਾ ਦੇ ਨਾਲ, ਬਹਾਦਰੀ ਦੇ ਨਾਲ ਉਸ ਚੁਣੌਤੀਆਂ ਨੂੰ ਪਾਰ ਕੀਤਾ ਤੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ। ਫਿਰ ਉਸ ਤੋਂ ਬਾਅਦ ਆਪ ਜੀ ਮਾਖੋਵਾਲ ਆ ਕੇ ਰਹਿਣ ਲੱਗੇ। ਉਸ ਤੋਂ ਬਾਅਦ ਉਹਨਾਂ ਨੇ ਉਹਦਾ ਨਾਮ ਚੱਕ ਨਾਨਕੀ ਰੱਖਿਆ, ਜਿਹਨੂੰ ਅੱਜ ਕੱਲ੍ਹ ਅਸੀਂ ਅਨੰਦਪੁਰ ਸਾਹਿਬ ਜਾਂ ਕੇਸਗੜ੍ਹ ਸਾਹਿਬ ਦੇ ਨਾਲ ਵੀ ਯਾਦ ਕਰਦੇ ਹਾਂ। ਗੁਰੂ ਸਾਹਿਬ ਗੁਰੂ ਔਰੰਗਜ਼ੇਬ ਦੀ ਲੂੰਬੜ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ, ਕਿਉਂਕਿ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਵੀ ਆਪਣੇ ਹੱਕਾਂ ਦੇ ਲਈ, ਮਜ਼ਲੂਮਾਂ ਦੀ ਰੱਖਿਆ ਦੇ ਲਈ 4 ਜੰਗਾਂ ਲੜੀਆਂ ਸੀ ਤੇ ਜਿੱਤੀਆਂ ਵੀ ਸੀ। ਤੇ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਉਹ ਸਮਾਂ ਦੂਰ ਨਹੀਂ ਕਿ ਹੁਣ ਵੀ ਸ਼ਸਤਰ ਉਠਾਉਣੇ ਪੈਣਗੇ ਤੇ ਪਹਿਲਾਂ ਨਾਲ ਵੱਧ ਗਿਣਤੀ ਦੇ ਵਿੱਚ ਤੇ ਜ਼ਬਰਦਸਤ ਤੇ ਵੱਡੀਆਂ ਜੰਗਾਂ ਹੁਣ ਲੜਨੀਆਂ ਪੈਣਗੀਆਂ। ਇਸ ਲਈ ਉਹਨਾਂ ਜੰਗਾਂ ਲਈ ਉਹਨਾਂ ਨੂੰ ਇੱਕ ਟਿਕਾਣਾ ਚਾਹੀਦਾ ਸੀ। ਉਸ ਟਿਕਾਣੇ ਲਈ ਉਹਨਾਂ ਨੂੰ ਮਾਖੋਵਾਲ ਦੀ ਜਿਹੜੀ ਜਗ੍ਹਾ ਸੀ ਉਹ ਸਭ ਤੋਂ ਸੇਫ ਲੱਗੀ। ਤਾਂ ਉਹ ਜਗ੍ਹਾ ਉਹਨਾਂ ਨੇ ਉੱਥੇ ਲੈਤੀ ਤੇ ਉਹਦਾ ਨਕਸ਼ਾ ਵੀ ਗੁਰੂ ਸਾਹਿਬ ਨੇ ਖੁਦ ਤਿਆਰ ਕੀਤਾ। ਰਾਜਨੀਤਿਕ ਤਬਦੀਲੀਆਂ ਸਭ ਕੁਝ ਬਦਲ ਕੇ ਰੱਖ ਦਿੰਦੀਆਂ ਨੇ। ਪੰਥ ਨੂੰ ਆਪਣੀ ਤਿਆਰੀ ਹਮੇਸ਼ਾ ਰੱਖਣੀ ਚਾਹੀਦੀ ਹੈ। ਇਹ ਗੁਰੂ ਸਾਹਿਬ ਦੇ ਵਚਨ ਸੀ। ਦੂਸਰੇ ਪਾਸੇ ਔਰੰਗਜ਼ੇਬ ਜੋ ਸੁੰਨੀ ਮੁਸਲਮਾਨ ਸੀ, ਉਸ ਦੀ ਧਾਰਮਿਕ ਕੱਟੜਤਾ ਤੋਂ ਸਾਰੇ ਦੁਖੀ ਸਨ। ਉਸਨੇ ਐਲਾਨ ਕੀਤਾ ਕਿ ਕੋਈ ਵੀ ਨਵਾਂ ਹਿੰਦੂ ਮੰਦਰ ਨਾ ਬਣਨ ਦਿੱਤਾ ਜਾਵੇ। ਚੱਲ ਰਹੇ ਮੰਦਰਾਂ ਦੀ ਉਸਾਰੀ ਰੋਕ ਦਿੱਤੀ ਗਈ। ਕਿਸੇ ਵੀ ਮੰਦਰ ਦੀ ਮੁਰੰਮਤ ਨਾ ਕੀਤੀ ਜਾਵੇ। ਹਿੰਦੂਆਂ ਦੀ ਪੜ੍ਹਾਈ ਅਤੇ ਧਾਰਮਿਕ ਵਿਚਾਰਾਂ ਵਿੱਚ ਵੀ ਉਹਦਾ ਦਖਲ ਬਹੁਤ ਵਧਣ ਲੱਗਿਆ ਸੀ। ਕਈ ਮੰਦਰ ਢਾਹ ਕੇ ਉਹਨੇ ਮਸਜਿਦਾਂ ਬਣਾ ਦਿੱਤੀਆਂ। ਸਰਕਾਰੀ ਨੌਕਰੀਆਂ ਤੇ ਹਿੰਦੂਆਂ ਨਾਲ ਬੜਾ ਵਿਤਕਰਾ ਕੀਤਾ ਜਾਂਦਾ। ਉਹਨਾਂ ਦੀ ਮਾਲੀ ਹਾਲਤ ਕਮਜ਼ੋਰ ਹੋ ਗਈ। ਇਸ ਦਾ ਫਾਇਦਾ ਉਹਨੇ ਇਹ ਚੁੱਕਿਆ ਕਿ ਕਈਆਂ ਨੂੰ ਉਹਨਾਂ ਨੇ ਲਾਲਚ ਦੇ ਕੇ ਤੇ ਕਈਆਂ ਨੂੰ ਧੱਕੇ ਦੇ ਨਾਲ ਮੁਸਲਮਾਨ ਬਣਾ ਦਿੱਤਾ। ਹਰ ਰੋਜ਼ ਉਹ ਸਵਾ ਮਣ ਜਨੇਊ, ਕਹਿਣ ਦਾ ਭਾਵ ਕਿ 50,000 ਬੰਦਾ ਮਾਰ ਕੇ ਰੋਟੀ ਖਾਂਦਾ ਸੀ। ਇੰਨਾ ਕਤਲੇਆਮ ਉਹ ਕਰਨ ਲੱਗਿਆ। ਤਾਂ ਫਿਰ ਜਿਹੜੇ ਹਿੰਦੂ ਧਰਮ ਦੇ ਆਗੂ ਸੀਗੇ ਉਹਨਾਂ ਨੇ ਦੇਖਿਆ ਕਿ ਇਸ ਤਰ੍ਹਾਂ ਤਾਂ ਹਿੰਦੂ ਧਰਮ ਖਤਮ ਹੀ ਹੋ ਜਾਊਗਾ। ਤਾਂ ਉਹਨਾਂ ਨੇ ਵਿਚਾਰ ਕੀਤੀ। ਵਿਚਾਰ ਕਰਨ ਤੋਂ ਬਾਅਦ 1674 ਈਸਵੀ ਦੇ ਵਿੱਚ ਕਿਰਪਾ ਰਾਮ, ਇੱਕ ਪੰਡਤ ਜਿਹੜਾ ਉਹਨਾਂ ਧਾਰਮਿਕ ਆਗੂ ਸੀ, ਉਸਦੀ ਅਗਵਾਈ ਦੇ ਵਿੱਚ ਕਾਫੀ ਸਾਰੇ ਹਿੰਦੂ ਗੁਰੂ ਤੇਗ ਬਹਾਦਰ ਜੀ ਕੋਲ ਆਉਂਦੇ ਨੇ ਤੇ ਫਰਿਆਦ ਕਰਦੇ ਨੇ ਕਿ ਸਾਨੂੰ ਇਸ ਤਰ੍ਹਾਂ ਸਾਡੇ ਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ, ਤਾਂ ਕਿਰਪਾ ਕਰਕੇ ਸਾਡੀ ਮਦਦ ਕਰੋ। ਉਹਨਾਂ ਨੂੰ ਪਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸਾਨੂੰ ਬਚਾ ਸਕਦੇ ਆ। ਤਾਂ ਉਸ ਸਮੇਂ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਉਂਦੇ ਹੋਏ ਇੱਕ ਗੱਲ ਜ਼ਰੂਰ ਸਮਝ ਲਈ ਸੀ ਕਿ ਕਮਜ਼ੋਰ ਅਤੇ ਸਹਿਮੇ ਹੋਏ ਲੋਕ ਸਿਰਫ ਗੱਲਾਂ ਨਾਲ ਬਹਾਦਰ ਨਹੀਂ ਬਣ ਸਕਦੇ। ਤਾਂ ਉਹਨਾਂ ਨੂੰ ਇੱਕ ਯੋਗ ਲੀਡਰ ਦੀ ਲੋੜ ਹੈ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਏਦਾਂ ਕਰੋ, ਔਰੰਗਜ਼ੇਬ ਨੂੰ ਇਹ ਗੱਲ ਕਹਿ ਦਿਓ ਕਿ ਅੱਜ ਤੋਂ ਬਾਅਦ ਸਾਡਾ ਆਗੂ ਗੁਰੂ ਤੇਗ ਬਹਾਦਰ ਹੈ।
ਤੁਸੀਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਓ, ਅਸੀਂ ਆਪਣੇ ਆਪ ਹੀ ਬਣ ਜਾਵਾਂਗੇ। ਤੇ ਇਸ ਗੱਲ ਨੂੰ ਔਰੰਗਜ਼ੇਬ ਵੀ ਜਾਣਦਾ ਸੀ ਕਿ ਜੇ ਆਗੂਆਂ ਨੂੰ ਅਸੀਂ ਕਾਬੂ 'ਚ ਕਰ ਲਿਆ, ਬਾਕੀ ਜਨਤਾ ਨੇ ਤਾਂ ਹੋ ਹੀ ਜਾਣਾ। ਤਾਂ ਇਹ ਗੱਲ ਜਦੋਂ ਉਹਨਾਂ ਨੇ ਜਾ ਕੇ ਔਰੰਗਜ਼ੇਬ ਨੂੰ ਕਹੀ ਤਾਂ ਔਰੰਗਜ਼ੇਬ ਨੇ ਇਹ ਗੱਲ ਮੰਨ ਲਈ ਵੀ ਚਲੋ ਇੱਕ ਬੰਦੇ ਨੂੰ ਮੁਸਲਮਾਨ ਬਣਾਉਣ ਨਾਲ ਸਾਰੇ ਆਪਣੇ ਆਪ ਹੀ ਬਣ ਜਾਣਗੇ। ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸੱਦਾ ਭੇਜਿਆ ਕਿ ਤੁਸੀਂ ਦਿੱਲੀ ਆ ਜਾਓ। ਤਾਂ ਗੁਰੂ ਸਾਹਿਬ ਦਿੱਲੀ ਚਲੇ ਗਏ। ਉਹਨਾਂ ਨੇ ਆਪਣੇ ਨਾਲ 5 ਸਿੰਘ ਹੋਰ ਲੈ ਲਏ। ਉਹਨਾਂ ਨੇ ਬੜੀਆਂ ਉਹਨਾਂ ਨੂੰ ਲਾਲਚ ਦਿੱਤੇ, ਡਰਾਇਆ, ਧਮਕਾਇਆ, ਪਰ ਗੁਰੂ ਸਾਹਿਬ ਤੇ ਕੋਈ ਅਸਰ ਨਾ ਹੋਇਆ। ਤਾਂ ਫਿਰ ਉਹਨਾਂ ਦੇ ਨਾਲ ਗਏ 3 ਸਿੰਘ, ਮਤੀਦਾਸ, ਸਤੀਦਾਸ ਤੇ ਭਾਈ ਦਇਆਲਾ ਜੀ। ਉਹਨਾਂ ਨੂੰ ਬੜੇ ਤਸੀਹੇ ਦਿੱਤੇ ਗਏ। ਮਤੀਦਾਸ ਨੂੰ ਆਰੇ ਨਾਲ ਚੀਰਿਆ ਗਿਆ, ਅਸੀਂ ਇਤਿਹਾਸ ਵਿੱਚ ਦੇਖਦੇ ਹਾਂ, ਪੜ੍ਹਦੇ ਹਾਂ। ਭਾਈ ਦਇਆਲਾ ਜੀ ਨੂੰ ਆਲੂ ਵਾਂਗ ਗਰਮ ਪਾਣੀ ਵਿੱਚ ਉਬਾਲਿਆ ਗਿਆ। ਭਾਈ ਸਤੀਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਵੀ ਸ਼ਾਇਦ ਗੁਰੂ ਸਾਹਿਬ ਆਪਣੇ ਸਿੰਘਾਂ ਨਾਲ ਹੁੰਦਾ ਹੋਇਆ ਇਹ ਵਿਤਕਰਾ ਜਾਂ ਇੱਦਾਂ ਦੇ ਜ਼ੁਲਮ ਨਹੀਂ ਬਰਦਾਸ਼ਤ ਕਰ ਸਕਣਗੇ। ਪਰ ਗੁਰੂ ਸਾਹਿਬ ਤੇ ਕੋਈ ਅਸਰ ਨਾ ਹੋਇਆ। ਗੁਰੂ ਸਾਹਿਬ ਪੂਰੇ ਅਡੋਲ ਸੀ, ਆਪਣੇ ਇਰਾਦੇ ਦੇ ਪੱਕੇ ਸੀ, ਕਿਉਂਕਿ ਜੇ ਉਹ ਫੈਸਲਾ ਬਦਲ ਲੈਂਦੇ ਅੱਜ ਆਪਣੇ ਤੋਂ ਇੱਥੇ ਕੋਈ ਵੀ ਨਾ ਹੁੰਦਾ। ਉਹ ਆਪਣੇ ਇਰਾਦੇ ਤੇ ਅੜੇ ਹੋਏ ਸੀ। ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਇੱਕ ਪਿੰਜਰੇ ਵਿੱਚ ਕੈਦ ਕੀਤਾ ਗਿਆ। ਉਹ ਪਿੰਜਰਾ ਇੱਦਾਂ ਦਾ ਸੀ ਜਿਹਦੇ ਵਿੱਚ ਨਾ ਤਾਂ ਬੈਠਿਆ ਜਾਂਦਾ ਸੀ ਨਾ ਖੜਿਆ ਜਾਂਦਾ ਸੀ। ਉਹਦੇ ਅੰਦਰ ਬੜੇ ਤਿੱਖੇ ਨੁਕੀਲੇ ਸਰੀਏ ਲੱਗੇ ਹੋਏ ਸੀ। ਜੇ ਗੁਰੂ ਸਾਹਿਬ ਬੈਠਦੇ ਤਾਂ ਵੀ ਉਹਨਾਂ ਦੇ ਬੋਡੀ ਦੇ ਵਿੱਚ ਖੁੱਬਦੇ, ਜੇ ਗੁਰੂ ਸਾਹਿਬ ਪ੍ਰੋਪਰ ਖੜੇ ਹੁੰਦੇ ਤਾਂ ਵੀ ਖੜਦੇ, ਉਹਦੇ ਵਿੱਚ ਕੋਡੇ ਹੋ ਕੇ ਖੜਨਾ ਪੈਣਾ ਸੀ। ਬੜਾ ਤੰਗ ਕੀਤਾ ਗਿਆ। ਪਰ ਗੁਰੂ ਸਾਹਿਬ ਆਪਣੇ ਇਰਾਦੇ ਤੇ ਜਦੋਂ ਨਾ ਟਲੇ ਤਾਂ ਉਹਨਾਂ ਨੇ ਦੁਨਿਆਵੀ ਐਸ਼ੋ ਆਰਾਮ ਵਾਲੀਆਂ ਚੀਜ਼ਾਂ ਦੇ ਲਾਲਚ ਦਿੱਤੇ। ਗੁਰੂ ਸਾਹਿਬ ਤੇ ਫਿਰ ਵੀ ਕੋਈ ਅਸਰ ਨਾ ਹੋਇਆ। ਤਾਂ ਅਖੀਰ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਗੁਰੂ ਹੋ ਤਾਂ ਕਰਾਮਾਤ ਦਿਖਾਓ, ਅਸੀਂ ਮੰਨ ਜਾਂਦੇ ਤੁਸੀਂ ਗੁਰੂ ਹੋ। ਗੁਰੂ ਸਾਹਿਬ ਨੇ ਇੱਕ ਵਚਨ ਗੁਰਬਾਣੀ ਵਿੱਚ ਆਉਂਦਾ, ਨਾਟਕ ਚੇਟਕ ਕੀਏ ਕੁਕਾਚਾ ਪ੍ਰਭ ਲੋਗਨ ਕਹਿ ਆਵਤ ਲਾਚਾ। ਕਹਿੰਦੇ ਨਾਟਕ ਚੇਟਕ ਕਰਦੇ ਰੱਬ ਦੇ ਭਗਤ ਚੰਗੇ ਨਹੀਂ ਲੱਗਦੇ। ਤੁਹਾਨੂੰ ਨਹੀਂ ਯਕੀਨ ਹੈਗਾ ਸਾਡੇ ਤੇ ਵੀ ਸਾਡੇ 'ਚ ਕੋਈ ਪਾਵਰ ਹੈ, ਅਸੀਂ ਗੁਰੂ ਹਾਂ, ਤਾਂ ਕੋਈ ਗੱਲ ਨਹੀਂ, ਮੈਨੂੰ ਸਫਾਈ ਦੇਣ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਜੋ ਕਰਨਾ ਕਰੋ। ਤਾਂ ਫਿਰ ਕਾਜ਼ੀ ਦਾ ਫਰਮਾਨ ਹੋਇਆ ਕਿ ਤੁਸੀਂ ਮਰਨ ਲਈ ਤਿਆਰ ਹੋ ਜਾਓ। ਤਾਂ ਇਹ ਪਹਿਲੀ ਗੱਲ ਸੀ ਜਿਹਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਹਾਂ ਵਿੱਚ ਸਿਰ ਹਿਲਾਇਆ। ਤਾਂ ਬੜੇ ਹੈਰਾਨ ਸੀ ਕਿ ਕੋਈ ਮਰਨ ਲਈ ਇੱਦਾਂ ਹਾਂ ਕਿਵੇਂ ਕਰ ਸਕਦਾ ਹੈ। ਫਿਰ ਕੀ ਆ, 11 ਨਵੰਬਰ 1975 ਨੂੰ ਚਾਂਦਨੀ ਚੌਂਕ ਵਿੱਚ ਗੁਰੂ ਜੀ ਨੂੰ ਲੋਕਾਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦਾ ਜਿਹੜਾ ਸੀਸ ਸੀ ਧੜ ਨਾਲੋਂ ਵੱਖ ਕੀਤਾ ਗਿਆ। ਹੰਕਾਰੀ ਹਕੂਮਤ ਦੀ ਇੰਨੀ ਨਿਗਰਾਨੀ ਦੇ ਵਿੱਚ ਉਹ ਗੁਰੂ ਦਾ ਸਰੀਰ ਨਹੀਂ ਲੱਭ ਸਕੇ। ਉਹਨਾਂ ਨੇ ਕਿਹਾ ਸੀ ਕਿ ਗੁਰੂ ਸਾਹਿਬ ਦੇ ਸਰੀਰ ਨੂੰ ਟੋਟੇ ਕਰਕੇ ਦਿੱਲੀ ਦੇ ਚਾਰੇ ਪਾਸੇ ਅਸੀਂ ਦਰਵਾਜ਼ਿਆਂ ਤੇ ਟੰਗ ਦੇਵਾਂਗੇ। ਪਰ ਪਰਮਾਤਮਾ ਬੜਾ ਅਟਲ ਹੈ। ਜੇ ਉਹਨਾਂ ਨੂੰ ਸਰਕਾਰੀ ਥਾਪੜਾ ਸੀ ਨਾ, ਤਾਂ ਗੁਰੂ ਸਾਹਿਬ ਨੂੰ ਵੀ ਅਕਾਲ ਪੁਰਖ ਦਾ ਥਾਪੜਾ ਸੀ। ਤਾਂ 2 ਸਿੰਘ ਉੱਥੇ ਭਾਈ ਜੈਤਾ ਜੀ ਆਉਂਦੇ ਨੇ, ਉਹ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਚਲੇ ਜਾਂਦੇ ਆ। ਤੇ ਲੱਖੀ ਸਾਹਿਬ ਨਜ਼ਾਰਾ ਜਿਹੜਾ ਕਿ ਗੱਡਿਆਂ ਉੱਤੇ ਸਮਾਨ ਢੋ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਦਾ ਸੀ। ਤੇ ਜਦੋਂ ਦੇ ਗੱਡੇ ਖਾਲੀ ਹੋਏ, ਜਦੋਂ ਨੇ ਕਤਲੇਆਮ ਦੇਖਿਆ, ਉਹਨੇ ਉਸ ਟਾਈਮ ਤੂਫਾਨ ਆਉਂਦਾ ਹੈ, ਤੂਫਾਨ ਦੇ ਵਿੱਚ ਕੋਈ ਕਿਸੇ ਨੂੰ ਨਹੀਂ ਵੇਖਦਾ। ਤਾਂ ਉਹਨੇ ਗੁਰੂ ਸਾਹਿਬ ਦਾ ਧੜ ਚੱਕਿਆ, ਆਪਣੇ ਗੱਡੇ ਤੇ ਰੱਖਿਆ ਤੇ ਆਪਣੇ ਘਰੇ ਜਾ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ। ਇਸ ਤਰ੍ਹਾਂ ਉਹਨੇ ਆਪਣੇ ਘਰ ਦਾ ਨਾਲ ਹੀ ਗੁਰੂ ਸਾਹਿਬ ਦੇ ਨਾਲ ਹੀ ਸੰਸਕਾਰ ਕਰ ਦਿੱਤਾ। ਤਾਂ ਉਹਨਾਂ ਦੀ ਜਿਹੜੀ ਦੇਣ ਹੈ, ਉਹਨਾਂ ਅੱਗੇ ਹਮੇਸ਼ਾ ਹੀ ਸਿਰ ਝੁਕਦਾ ਰਹੂਗਾ। ਉਹਨਾਂ ਦੀ ਕੁਰਬਾਨੀ ਅੱਗੇ, ਉਹਨਾਂ ਦੀ ਸੇਵਾ ਅੱਗੇ। ਲਾਸਟ ਵਿੱਚ ਉਹਨਾਂ ਦੀ ਸ਼ਹੀਦੀ ਤੋਂ ਸਾਨੂੰ ਸੰਦੇਸ਼ ਕੀ ਮਿਲਦਾ ਹੈ? ਉਹਨਾਂ ਦੀ ਸ਼ਹੀਦੀ ਹਮੇਸ਼ਾ ਸਾਨੂੰ ਇਹੀ ਸੰਦੇਸ਼ ਦਿੰਦੀ ਹੈ ਕਿ ਜੇਕਰ ਜ਼ੁਲਮ ਅਤੇ ਧੱਕਾ ਕਰਨਾ ਪਾਪ ਹੈ ਤਾਂ ਪਾਪ ਸਹਿਣਾ ਵੀ ਪਾਪ ਹੈ। ਧਰਮ ਤੇ ਵਿਚਾਰਾਂ ਦੀ ਆਜ਼ਾਦੀ ਹਰ ਇਨਸਾਨ ਵਿੱਚ ਹੋਣੀ ਚਾਹੀਦੀ ਹੈ। ਕਿਸੇ ਦੁੱਖ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਜਾ ਸਕਦਾ ਹੈ। ਇਹ ਵੀ ਧਰਮ ਦਾ ਇੱਕ ਗੁਣ ਹੈ। ਆਪਣੇ ਧਰਮ ਵਿੱਚ ਪਰਪੱਕ ਰਹਿਣਾ ਹਰ ਇੱਕ ਦਾ ਜਮਾਂਦਰੂ ਹੱਕ ਹੈ। ਅਸੀਂ ਮਰ ਜਾਈਏ ਪਰ ਕਦੇ ਵੀ ਆਪਾਂ ਉਹਨਾਂ ਰਾਹਾਂ ਨੂੰ ਨਹੀਂ ਛੱਡਣਾ ਜਿਨ੍ਹਾਂ ਰਾਹਾਂ ਤੇ ਸਾਨੂੰ ਸਾਡੇ ਗੁਰੂ ਪਿਤਾ ਤੋਰ ਕੇ ਗਏ। ਅਖੀਰ ਵਿੱਚ ਮੈਂ ਇੱਕ ਸ਼ੇਅਰ ਬੋਲ ਕੇ ਇਸ ਸ਼ਹੀਦੀ ਨੂੰ ਸ਼ਰਧਾਂਜਲੀ ਦੇਵਾਂਗੀ। ਮੱਚ ਉੱਠੀ ਸੀ ਦਿੱਲੀ ਅੱਖ ਸੀ ਭਰ ਗਈ ਅੰਬਰ ਦੀ, ਮੱਚ ਉੱਠੀ ਸੀ ਦਿੱਲੀ ਅੱਖ ਸੀ ਭਰ ਗਈ ਅੰਬਰ ਦੀ, ਹਾਂ ਲੱਗੀ ਵੀ ਮਾੜੀ ਹੁੰਦੀ ਕਿਸੇ ਪੀਰ ਪੈਗੰਬਰ ਦੀ। ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ ਜਿਹਦੀ ਗੋਬਿੰਦ ਲਾਜ ਰਖਾਉਂਦਾ ਹੈ, ਕਿਸੇ ਡਰਾਵੇ ਤੋਂ ਡਰ ਕੇ ਧਰਮ ਨਹੀਂ ਛੱਡੀਦਾ। ਸਾਡਾ ਇਤਿਹਾਸ ਇਹੀ ਸਾਨੂੰ ਸਿਖਾਉਂਦਾ ਹੈ, ਸਾਡਾ ਇਤਿਹਾਸ ਇਹੀ ਸਾਨੂੰ ਸਿਖਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आज का दूसरा अपना शब्द गायन कार्यक्रम अपना सारे प्रस्तुति करेंगे और जो भी आप बोल सकते हैं अपना साथ में जाए शब्द का उच्चारण भी अपना सारे करेंगे। तेग बहादुर सिमरिया
जो बोले सो निहाल। इसी कड़ी के अंदर अपनी विद्या मंदिर कॉमर्स की 2 छात्राएं आरती और चमन कृपया वो भी अपना भजन लेकर जो है इस कार्यक्रम में आ रही हैं। आरती और चमन अपने ग्रुप के साथ। अफसोस नहीं जो तेरे लिए सौ दर्द सहे, महफूज रहे तेरी याद सदा, चाहे जान मेरी ये रहे न रहे। ऐ मेरी ज़मीं महबूब मेरी, मेरी नस नस में तेरा इश्क बहे, फीका न पड़े कभी रंग तेरा, जिस्म से निकल के खून कहे। तेरी मिट्टी में मिल जावा गुल बन के मैं खिल जावा, इतनी सी है दिल की आरज़ू। तेरी नदियों में बह जावा, तेरे खेतों में लहरानी सी है दिल की आरज़ू। सरसों से भरे कल्याण में जहाँ झूम के भंगड़ा पाना सटा, आबाद रहे वो गांव मेरा जहाँ लौट के वापस आ न सका। ओ वतना वे मेरे वतना वे, तेरा मेरा प्यार निराला था, कुर्बान हुआ तेरी असमत पे मैं कितना नसीबों वाला था। तेरी मिट्टी में मिल जावा गुल बन के मैं खिल जावा, इतनी सी है दिल की आरज़ू। ओ हीर मेरी तू हंसती रहे, तेरी आँख घड़ी भर नम ना हो, पे कभी उसका उजाला कम ना हो। ओ माए मेरी क्या फिक्र तुझे, क्यों आँख से दरिया बहता है, तू कहती थी तेरा चांद हूँ मैं और चांद हमेशा रहता है। तेरी मिट्टी में मिल जावा गुल बन के मैं खिल जावा, इतनी सी है दिल की आरज़ू। अपने विद्या मंदिर पढ़ना चाहिए। हमारे संगीत प्रार्थना करूंगा, कृपया मंच पर आकर अपने विचार रखें। डॉक्टर संजीव चंदेल जी। प्रार्थना सभा में उपस्थित सभी आचार्यगण एवं भैया बहन, आप सभी को विदित ही है कि कल गुरु तेग बहादुर जी का शहीदी दिवस है और उस उपलक्ष्य में हमने, क्योंकि कल छुट्टी है तो इस करके हमने ये आज ही इसको मनाने का, शहीदी दिवस को मनाने का जो है निर्णय लिया है। आप सभी ने डीडी सुमन के द्वारा जो गुरु तेग बहादुर के जीवन से, उनकी जो जीवना घटनाक्रम है उनके बारे में विस्तार पूर्वक से सुना। तो एक हम ये हमेशा कहते हैं और हमेशा सुबह भी प्रार्थना में करते हैं, रत्नाकरा भौत पदाम हिमालय किरीटी। ऐसे ऐसे रत्न भारत भूमि ने हमें दिए हैं जिनके जीवन की गाथा का जितना वर्णन किया जाए उतना कम। इसलिए हम हमेशा अपने इस भारत मातृभूमि का वंदन करते हैं जहां ऐसे ऐसे गुरु और ऐसे ऐसे शहीद लोग हैं जिन्होंने जन्म लिया अपने देश और समाज के लिए, अपने व्यक्तिगत जीवन को ध्यान में न रखते हुए राष्ट्र हित के लिए अपने जीवन का सर्वस्व अर्पण कर दिया। ऐसे गुरुओं को सत सत बार बार प्रणाम और धन्य हो ऐसी मातृभूमि जिसने ऐसे ऐसे महान पुरुषों को जो है जन्म दिया। हम अपने जितने भी हमारे गुरु हुए हैं, जितने भी हमारे महान पुरुष हैं, उनमें सब में एक बात झलक के आती है कि सारे सभी लोग जितने भी थे, सभी के मन में एक ही बात थी, कैसे हम इस मातृभूमि का ऋण चुकाएं, कैसे हम अपने देश और समाज के लिए अपने आप को बलिदान कर दें। और एक बात जो सब में थी कि सभी जनों में अपनी तरह ही देखना। हर एक इंसान के अंदर एक आत्मा का निवास है और किसी भी आत्मा को दुखी करना वो ईश्वर को दुखी करने के बराबर है।
हमने वाणी में भी पढ़ा है तपो स्वर्ग रजो नरक, ये कहीं वाणी में है। तो हमें सारी शिक्षा जो है हमारे ग्रंथों में लिखी है, हमें उसका आचरण करना है। तपो स्वर्ग, गुरु नानक देव जी कहते हैं कि अगर आप तपस्या करते हैं, रात दिन मेहनत करते हैं, तो आप स्वर्ग के अधिकारी बन जाते हैं। रजो नरक, लापरवाही और उदासीनता, काम ना करना, उससे नरक मिलता है। अगर आप अपने काम को मन लगा करके प्रतिदिन करते हैं तो आपको स्वर्ग की प्राप्ति होता है, ऐसा गुरु वाणी में भी और ऐसा गीता में भी कहा गया है। गीता में इसी बात को कहा है, कर्मण्येवाधिकारस्ते मा फलेषु कदाचन। कर्म में अपना फल, कर्म में अपना सब कुछ देखना चाहिए। कर्मण्येवाधिकारस्ते, कर्म में ही आपका अधिकार है। मा फलेषु कदाचन, फल की इच्छा किए बिना शुभ कर्म करते जाना, यही हमारे सभी गुरुओं ने और सभी जो धार्मिक ग्रंथ हैं उन्होंने हमें ये शिक्षा दी है। अब कर्म क्या करना है बच्चों? आपने आज आपके लिए कर्म करने वाली क्या चीज है? आपका कर्म जो है, आज आपके माता पिता और सारे गुरुजन आपके पीछे लगे हैं, आपका कर्म एक ही है, अपने मन लगा करके पढ़ाई करना। अगर आप अपने मन लगा के पढ़ाई करोगे, सक्षम बनोगे, तो समाज में दूसरों के काम भी आ सकते हैं। अगर आप सक्षम नहीं हैं, अगर आप अपने आप ही नहीं बने, तो दूसरों को क्या बनाएंगे बेटा? तो सर्वप्रथम जो समाज के सुधार की आवश्यकता स्टार्ट होती है वो खुद से स्टार्ट होती है। मुझे जो मेरे माता पिता और मुझे जो मेरे गुरुजनों ने काम दिया है, क्या मैं उस काम को करता हूं? अगर मैं उस काम को पूरे दिल और मन से करता हूं तो आने वाला सुनहरा कल जो पल है वो सुनहरा होगा, आपको किसी चीज की कोई कमी नहीं होगी। लेकिन आज आप अपने कर्म को छोड़ करके कोई दूसरे कर्म में लगे रहते हैं तो फिर आने वाला कर्म, आने वाला टाइम फिर आपके लिए नहीं होगा। इसलिए समय की परिस्थिति को ध्यान में रखते हुए, कर्तव्य को समझते हुए, आज हमारा कर्तव्य, आचार्यों का कर्तव्य पढ़ाना, प्रधानाचार्य का कर्तव्य पूरे शिक्षा व्यवस्था को बनाए रखना, एक अच्छी शिक्षा पूरे विद्यालय में प्राप्त हो। और इसी तरह आपका कर्तव्य है कि आचार्यों के द्वारा और माता पिता के द्वारा जो भी शिक्षा दी जाती है उसको हम अक्षर अपने जीवन में लाएं, तो जाकर के आने वाला समय हमारा होगा, हमारा पूरा समाज, हमारे परिवार, हमारे गांव, हमारा देश सक्षम बनेगा। जब हमारे देश और समाज सभी लोग सक्षम और खुशहाल होंगे तो एक सुंदर राष्ट्र का निर्माण हो पाएगा, जहां सभी और भाईचारा और सारी चीजें जो है आपको देखने को मिलेगी। मैं पुनः एक बार इस शहीदी दिवस पे, ये आने वाले जितने भी हमारा 17 तारीख से लेके 28 दिसंबर तक का जो समय है, इसको हम शहीदी दिवस के रूप में हम मानते हैं। और आने वाले पीरियड में हम इन 10-15 दिनों में प्रतिदिन विद्यालय में कोई ना कोई कार्यक्रम रहेंगे। एक मैंने कहा भी है कि हम आने वाले 1-2 दिन में साहिबजादों के जीवन के ऊपर एक वीडियो फिल्म अपने यही ऑडिटोरियम में सभी बच्चों को दिखाएंगे। और उस वीडियो फिल्म को देख के हमें पता चले कि बच्चे, जिनको हम बच्चे कहते हैं, वो तो सबके हीरो हैं। और आज हम बाल दिवस मनाते हैं, सरकार से भी ये अनुरोध था और सरकार ने भी ये बात मानी है, बहुत सारे सांसदों ने भी इस बात पे जोर दिया है कि शहीदी दिवस जो होना चाहिए वो हमारे इन साहिबजादों के बलिदान दिवस के ऊपर होना चाहिए, ना कि नवंबर और इन दिनों पे। क्योंकि एक छोटे छोटे दूध मुँहे बच्चे जिन्होंने राष्ट्र के लिए अपना जीवन दान दे दिया, अगर हम उनको याद करते हैं तो उससे बड़ी कोई श्रद्धांजलि जो है ना उनके लिए नहीं हो सकती। आने वाले दिनों में अपने विद्यालय में ऐसे कार्यक्रम होते रहेंगे। सारे आचार्य लोग ये सुनिश्चित करें कि प्रतिदिन एक ना एक कार्यक्रम जो है होता रहे। और कुछ भैया लोगों ने और कुछ बहनों ने प्रयास किया है, देशभक्ति के गाने गाने में कोई शर्म नहीं होती, क्योंकि वो तो दिल से निकलते हैं। आप ये सोचो, जिन लोगों ने हंसते हंसते फांसी की सजा को मंजूर कर लिया, वो कैसे बलिदानी होंगे। तो इन ऐसे गाने हमें आने चाहिए, हमें ऐसे शब्द भी आने चाहिए
ये चीजें अपने आचार्यों से आप सीख सकते हो, अपने घर में भी सीख सकते हो। थोड़ा सा प्रयास करने से और चीजें सुंदर हो जाएंगी। आज कुछ बहनों ने यहाँ पे आके देशभक्ति का गाना गाया, अच्छा लगा, और सुंदर हो सकता है और बच्चे भी इसमें प्रयास करेंगे, ऐसी मेरी आप सभी लोगों से उम्मीद है। और हम अपने जो भी गुरु और जितने हमारे लोग हैं, महान पुरुष हुए, उनके जीवन से शिक्षा लेके आगे बढ़ेंगे, ऐसा आप सभी लोगों से अनुरोध है। बहुत बहुत धन्यवाद। जय हिंद। धन्यवाद। पसारे ब्रह्मांड प्रचार करके आज का कार्यक्रम पसारे यहाँ पर जो है वो समाप्त कराएं। तो सारे कमर सिद्धि करेंगे भी। लंबा गहरा श्वास लेकर एक बार आप पसारे ब्रह्मांड। नानक नाम चढ़ी कला, नानक नाम चढ़ी कला, तेरे पाणी सर्वत तपला। नानक नाम चढ़ी कला, तेरे पाणी सर्वत तपला। सर्वे भवन्तु सुखिना, सर्वे सन्तु निरामया, सर्वे भद्राणि पश्यन्तु मा कश्चित् दुःख भवे। ओम शांति शांति शांति। स्वस्ति।